गुड आफ्टरनून ऑल। आवाज आ रही मेरी? हेलो, आवाज आ रही मेरी? एक बारी कंफर्म कर दो। और स्क्रीन ते पीपीटी शो हो रही है या नहीं? आवाज श्योर आ रही है। पीपीटी भी शो हो रही है ना? चलो स्टार्ट करते हैं ਆਪਾਂ। फिर कल तो हो नहीं पाई, सो ਅੱਜ स्टार्ट करते हैं। ਅੱਜ फर्स्ट मॉक टेस्ट है फॉर ऑल पंजाब कंपीटिटिव एग्जाम। अगर ਤੁਸੀਂ ਪਟਵਾਰੀ, ਪੀਐਸਪੀਸੀਐਲ, ਐਨਟੀਟੀ, ਪੰਜਾਬ ਪੁਲਿਸ, ਇਵਨ ਨੈਬ ਤਹਿਸੀਲਦਾਰ ਦੀ ਤਿਆਰੀ ਕਰ ਰਹੇ ਹੋ ਤਾਂ ਇਹ ਸਭ ਲਈ ਆ, ਕਿਉਂਕਿ ਸਭ ਦਾ ਸਿਲੇਬਸ ਜੋ ਹੈ ਉਹ ਕਾਮਨ ਹੈ। ਸੋ ਇੱਕ ਮੋਟੀਵੇਸ਼ਨਲ ਥੋਟ ਹੈ, ਵਿਨਰਸ ਫੋਕਸ ਔਨ ਵਿਨਿੰਗ, ਲੂਜ਼ਰ ਫੋਕਸ ਔਨ ਵਿਨਰਸ। ਜੋ ਜੇਤੂ ਲੋਕ ਹੁੰਦੇ ਆ ਉਹ ਸਿਰਫ ਆਪਦੀ ਮੰਜ਼ਿਲ ਵੱਲ ਹੀ ਦੇਖਦੇ ਆ, ਉੱਥੇ ਹੀ ਫੋਕਸ ਕਰਦੇ ਆ, ਲੇਕਿਨ ਜੋ ਲੂਜ਼ਰ ਹੁੰਦੇ ਆ ਉਹ ਵਿਨਰ ਵੱਲ ਦੇਖਦੇ ਰਹਿ ਜਾਂਦੇ ਆ। ਤੁਸੀਂ ਚੁਆਇਸ ਕਰਨਾ, ਤੁਸੀਂ ਲੂਜ਼ਰ ਬਣਨਾ ਹੈ ਜਾਂ ਵਿਨਰ। ਹੋਪ ਕਿ ਸਾਰੇ ਵਿਨਰ ਹੀ ਬਣਨਾ ਚਾਹੁੰਦੇ ਹੋਗੇ। ਸੋ ਫਰਸਟ ਕੁਐਸਚਨ ਹੈ, ਸਭ ਨੂੰ ਪਤਾ ਹੈ ਕਿ ਆਨਸਰ ਤੁਸੀਂ ਜੋ ਹੈ ਚੈਟ ਬਾਕਸ ਦੇ ਵਿੱਚ ਕਰਨੇ ਆ, ਅਗਰ ਤੁਸੀਂ ਨਵੇਂ ਜੁੜੇ ਹੋ ਤਾਂ। ਔਰ YouTube ਤੇ ਦੇਖਣ ਟਾਈਮ ਜੋ ਹੈ ਕਮੈਂਟ ਬਾਕਸ ਦੇ ਵਿੱਚ ਆਨਸਰ ਕਰਨੇ ਆ। ਅੱਜ ਦਾ ਫਰਸਟ ਕੁਐਸਚਨ ਹੈ, ਭਾਰਤ ਨੂੰ ਇੰਡੀਆ ਸਭ ਤੋਂ ਪਹਿਲਾਂ ਕਿਸ ਨੇ ਕਿਹਾ? ਆਪਸ਼ਨ ਏ ਹੈ ਮੁਸਲਮਾਨਾਂ, ਆਪਸ਼ਨ ਬੀ ਹੈ ਭਾਰਤੀਆਂ, ਆਪਸ਼ਨ ਸੀ ਹੈ ਅਰਬੀਆਂ, ਆਪਸ਼ਨ ਡੀ ਹੈ ਯੂਨਾਨੀਆਂ। ਗੁੱਡ ਆਫਟਰਨੂਨ ਟੂ ਆਲ। ਸੋ ਹੁਣ ਆਨਸਰ ਤੇ ਆ ਜਾਓ। ਸੋ ਇਸ ਦਾ ਰਾਈਟ ਆਨਸਰ ਹੈ ਆਪਸ਼ਨ ਡੀ, ਭਾਰਤ ਨੂੰ ਸਭ ਤੋਂ ਪਹਿਲਾਂ ਇੰਡੀਆ ਯੂਨਾਨੀਆਂ ਨੇ ਕਿਹਾ ਸੀ। ਓਕੇ। ਸੈਕਿੰਡ ਕੁਐਸਚਨ ਹੈ, ਭਾਰਤ ਦੇ ਇਤਿਹਾਸ ਨੂੰ ਕਿੰਨੇ ਕਾਲ ਖੰਡਾਂ ਵਿੱਚ ਵੰਡਿਆ ਗਿਆ? ਆਪਸ਼ਨ ਏ ਹੈ ਅਨੇਕਾਂ, ਆਪਸ਼ਨ ਬੀ ਹੈ 2, ਆਪਸ਼ਨ ਸੀ ਹੈ 3, ਆਪਸ਼ਨ ਡੀ ਹੈ 5। ਇੱਕ ਚੀਜ਼ ਹੋਰ ਧਿਆਨ ਦੇਣਾ, ਸਿਰਫ ਕੁਐਸਚਨ ਦੇ ਵੱਲ ਹੀ ਨਾ ਦੇਖਦੇ ਰਹਿ ਜਾਣਾ, ਜੋ ਮੈਂ ਹੋਰ ਚੀਜ਼ਾਂ ਐਕਸਟਰਾ ਤੁਹਾਨੂੰ ਦੱਸਾਂਗਾ ਉਹਨਾਂ ਨੂੰ ਜ਼ਰੂਰ ਨੋਟ ਕਰਦੇ ਜਾਣਾ। ਸੋ ਇਸ ਦਾ ਰਾਈਟ ਆਨਸਰ ਆਪਸ਼ਨ ਸੀ, ਭਾਰਤ ਦੇ ਇਤਿਹਾਸ ਨੂੰ 3 ਕਾਲਖੰਡਾਂ ਦੇ ਵਿੱਚ ਵੰਡਿਆ ਗਿਆ ਸੀ। ਕਿਹੜੇ ਕਿਹੜੇ? ਪਹਿਲਾ ਹੈ ਪ੍ਰਾਚੀਨ ਇਤਿਹਾਸ, ਦੂਸਰਾ ਹੈ ਮੱਧਕਾਲੀਨ ਇਤਿਹਾਸ, ਤੀਸਰਾ ਹੈ ਆਧੁਨਿਕ ਇਤਿਹਾਸ। ਇੰਗਲਿਸ਼ ਵਿੱਚ ਦੱਸਿਆ ਜਾਏ ਤਾਂ ਇਹਨੂੰ ਕਹਾਂਗੇ ਐਂਸ਼ੀਐਂਟ, ਮੈਡੀਵਲ ਔਰ ਮਾਡਰਨ ਹਿਸਟਰੀ। ਥਰਡ ਕੁਐਸਚਨ ਹੈ, ਇਤਿਹਾਸ ਦੇ ਮੁੱਖ ਸਰੋਤ ਹਨ। ਆਪਸ਼ਨ ਏ ਹੈ ਵਿਦੇਸ਼ੀਆਂ ਦੇ ਵਿਵਰਣ, ਆਪਸ਼ਨ ਬੀ ਹੈ ਧਰਮ ਗ੍ਰੰਥ, ਆਪਸ਼ਨ ਸੀ ਹੈ ਪੁਰਾਤਤਵ ਸਰੋਤ, ਆਪਸ਼ਨ ਡੀ ਹੈ ਸਾਰੇ। ਸੋਰਸ ਆਫ ਹਿਸਟਰੀ ਡੀ ਆ ਰਿਹਾ ਮੋਸਟਲੀ ਸਭ ਦਾ ਆਨਸਰ। ਸੋ ਇਸ ਦਾ ਰਾਈਟ ਆਨਸਰ ਆਪਸ਼ਨ ਡੀ, ਇਤਿਹਾਸ ਦੇ ਮੁੱਖ ਸਰੋਤ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਹੀ ਕਾਊਂਟ ਹੁੰਦੀਆਂ। ਨੈਕਸਟ ਕੁਐਸਚਨ ਹੈ, ਪੁਨਰ ਜਾਗਰਣ ਦੀ ਸ਼ੁਰੂਆਤ ਕਿੱਥੋਂ ਹੋਈ? ਆਪਸ਼ਨ ਏ ਹੈ ਫਰਾਂਸ, ਆਪਸ਼ਨ ਬੀ ਹੈ ਇਟਲੀ, ਆਪਸ਼ਨ ਸੀ ਹੈ ਜਰਮਨੀ, ਆਪਸ਼ਨ ਡੀ ਹੈ ਰੂਸ। ਇਟਲੀ ਆ ਰਿਹਾ, ਰਿੰਕਲ ਰਾਣੀ ਦਾ ਡੀ ਆਇਆ, ਬਾਕੀ ਸਭ ਦਾ ਇਟਲੀ ਹੀ ਆ ਰਿਹਾ, ਬੀ ਆ ਰਿਹਾ। ਜਗਸੀਰ ਚਹਿਲ ਦਾ ਵੀ ਬੀ, ਕਿਰਨ ਦਾ ਸੀ ਆਇਆ। ਸੋ ਇਸ ਦਾ ਰਾਈਟ ਆਨਸਰ ਹੈ ਆਪਸ਼ਨ ਬੀ, ਪੁਨਰ ਜਾਗਰਣ ਦੀ ਸ਼ੁਰੂਆਤ ਜੋ ਹੈ ਇਟਲੀ ਤੋਂ ਹੋਈ ਸੀ। ਅਗਰ ਤੁਹਾਨੂੰ ਇਟਲੀ ਦੀ ਸਿਟੀ ਪੁੱਛ ਲਿਆ ਜਾਏ ਤਾਂ ਉਸ ਦਾ ਨਾਮ ਹੈ ਫਲੋਰੈਂਸ ਸ਼ਹਿਰ, ਫਲੋਰੈਂਸ ਸਿਟੀ। ਔਰ ਕਿਸ ਨੇ ਕੀਤੀ? ਉਹਨਾਂ ਦਾ ਨਾਮ ਸੀ ਕਵੀ ਦਾਂਤੇ। ਕਵੀ ਦਾਂਤੇ ਇੱਕ ਪੋਇਟ ਸੀ, ਉਹਨਾਂ ਦਾ ਨਾਮ ਸੀ ਦਾਂਤੇ। ਇਹਨਾਂ ਨੂੰ ਪੁਨਰ ਜਾਗਰਣ ਦੀ ਸ਼ੁਰੂਆਤ ਦਾ ਮੋਢੀ ਮੰਨਿਆ ਜਾਂਦਾ ਹੈ। ਨੈਕਸਟ ਕੁਐਸਚਨ ਹੈ, ਮਾਨਵਵਾਦ ਦਾ ਸੰਸਥਾਪਕ ਮੰਨਿਆ ਜਾਂਦਾ ਹੈ। ਆਪਸ਼ਨ ਏ ਹੈ ਨੈਪੋਲੀਅਨ, ਆਪਸ਼ਨ ਬੀ ਹੈ ਹਿਟਲਰ, ਆਪਸ਼ਨ ਸੀ ਹੈ ਜਨਰਲ ਡਾਇਰ, ਆਪਸ਼ਨ ਡੀ ਹੈ ਪੈਟਰੋਕ। ਹਿਊਮਨਿਜ਼ਮ ਵੀ ਕਹਿ ਸਕਦੇ ਹਾਂ ਔਰ ਹਿਊਮੈਨਿਟੀ ਵੀ ਕਹਿ ਸਕਦੇ ਹਾਂ। ਡੀ ਆ ਰਿਹਾ ਮੋਸਟਲੀ ਸਭ ਦਾ ਆਨਸਰ। ਸੋ ਇਸ ਦਾ ਰਾਈਟ ਆਨਸਰ ਆਪਸ਼ਨ ਡੀ ਹੈ, ਪੈਟਰੋਕ ਨੂੰ ਮੰਨਿਆ ਜਾਂਦਾ ਸੀ। ਅਗਰ ਤੁਹਾਨੂੰ ਇਹਦੇ ਵਿੱਚ ਕਿਸੇ ਨੂੰ ਕੋਈ ਨਵਾਂ ਸਟੂਡੈਂਟ ਹੈ ਜਿਹਨੇ ਵਰਲਡ ਹਿਸਟਰੀ ਨਹੀਂ ਪੜ੍ਹੀ ਤਾਂ ਉਸਨੂੰ ਥੋੜਾ ਜਿਹਾ ਆਈਡੀਆ ਹੋਏਗਾ ਕਿ ਨੈਪੋਲੀਅਨ ਹਿਟਲਰ ਤਾਂ ਬੇਸਿਕਲੀ ਜੋ ਹੈ ਯੁੱਧ ਲੜਦੇ ਰਹੇ ਸੀ, ਔਰ ਜਨਰਲ ਡਾਇਰ ਨੇ ਤਾਂ ਅੰਮ੍ਰਿਤਸਰ ਦੇ ਵਿੱਚ ਜਿਹੜਾ ਕਾਂਡ ਕਰਾਇਆ ਸੀ ਜਲਿਆਂਵਾਲੇ ਬਾਗ ਵਾਲਾ। ਸੋ ਇਹ ਤਿੰਨੋਂ ਜੋ ਸੀ ਹਿੰਸਾ ਜਾਂ ਯੁੱਧ ਨਾਲ ਸੰਬੰਧਿਤ ਸੀ, ਪਹਿਲੇ ਤਿੰਨ ਆਪਸ਼ਨ ਤੋਂ ਬਚਿਆ ਇੱਕ ਪੈਟਰੋਕ, ਇਸ ਲਈ ਪੈਟਰੋਕ ਜੋ ਹੈ ਇਸ ਦਾ ਆਨਸਰ ਹੋਏਗਾ। ਆਲ ਪੰਜਾਬ ਐਗਜ਼ਾਮ ਦੇ ਲਈ। ਨੈਕਸਟ ਕੁਐਸਚਨ ਹੈ, ਯੂਰਪ ਦਾ ਮਰੀਜ਼ ਕਿਹਾ ਜਾਂਦਾ ਸੀ।
ऑप्शन ए है चीन, ऑप्शन बी है इजराइल, ऑप्शन सी है इंग्लैंड, ऑप्शन डी है तुर्की। किरण ने पंजाब ਦੇ ਜਿੰਨੇ ਵੀ ਐਗਜ਼ਾਮ ਆ ਉਹਨਾਂ ਸਭ ਲਈ ਆ ਮੌਕ ਟੈਸਟ। ਡੀ ਆ ਰਿਹਾ ਮੋਸਟਲੀ। ਸੋ ਇਸ ਦਾ ਰਾਈਟ ਆਨਸਰ ਆਪਸ਼ਨ ਡੀ ਹੈ। ਯੂਰਪ ਦਾ ਮਰੀਜ਼ ਜੋ ਹੈ ਤੁਰਕੀ ਨੂੰ ਕਿਹਾ ਜਾਂਦਾ ਸੀ। ਪਹਿਲੇ ਦੋ ਆਪਸ਼ਨ ਜੋ ਆ ਉਹ ਐਲੀਮੀਨੇਟ ਹੋ ਜਾਣਗੇ, ਚੀਨ ਔਰ ਇਜ਼ਰਾਈਲ। ਇਹ ਯੂਰਪ ਦਾ ਪਾਰਟ ਹੈ ਹੀ ਨਹੀਂ ਗੇ, ਸੋ ਇਹਨਾਂ ਨੂੰ ਈਜ਼ੀਲੀ ਜੋ ਹੈ ਤੁਸੀਂ ਐਲੀਮੀਨੇਟ ਕਰ ਸਕਦੇ ਹੋ। ਬਚੇ ਦੋ ਆਪਸ਼ਨ ਤੁਹਾਡੇ ਆਨਸਰ ਹੋ ਗਏ ਕਿ ਅਗਰ ਸੀ ਔਰ ਡੀ ਲਗਾਉਂਦੇ ਹੋ ਤਾਂ 50-50 ਚਾਂਸ ਆ ਤੁਹਾਡਾ ਆਨਸਰ ਜੋ ਹੈ ਰਾਈਟ ਹੋਣ ਦਾ। ਨੈਕਸਟ ਕੁਐਸਚਨ ਹੈ, ਸੂਖਮ ਅਣੂਆਂ ਤੋਂ ਲੈ ਕੇ ਵਿਸ਼ਾਲ ਆਕਾਸ਼ ਗੰਗਾਵਾਂ ਦੇ ਸਮੂਹ ਨੂੰ ਕਿਹਾ ਜਾਂਦਾ ਹੈ। ਆਪਸ਼ਨ ਏ ਹੈ ਸੌਰ ਮੰਡਲ ਮਤਲਬ ਸੋਲਰ ਸਿਸਟਮ, ਆਪਸ਼ਨ ਬੀ ਹੈ ਮਿਲਕੀ ਵੇ, ਆਪਸ਼ਨ ਸੀ ਹੈ ਬ੍ਰਹਿਮੰਡ, ਬ੍ਰਹਿਮੰਡ ਮਤਲਬ ਯੂਨੀਵਰਸ, ਆਪਸ਼ਨ ਡੀ ਹੈ ਬਿਗ ਬੈਂਗ। ਕਿੰਨਰ ਅਗਰ ਕੋਈ ਕੁਐਸਚਨ, ਹਾਂ ਮੈਥ ਦੇ ਕੁਐਸਚਨ ਆਣਗੇ ਇਹਦੇ ਵਿੱਚ। ਸੋ ਇਸ ਦਾ ਰਾਈਟ ਆਨਸਰ ਹੈ ਆਪਸ਼ਨ ਸੀ, ਸੂਖਮ ਅਣੂਆਂ ਤੋਂ ਲੈ ਕੇ ਵਿਸ਼ਾਲ ਗੰਗਾਵਾਂ ਦੇ ਸਮੂਹ ਨੂੰ ਬ੍ਰਹਿਮੰਡ ਕਹਿੰਦੇ ਆ। ਠੀਕ ਹੈ, ਬ੍ਰਹਿਮੰਡ ਮਤਲਬ ਯੂਨੀਵਰਸ ਕਹਿੰਦੇ ਆ। ਨੈਕਸਟ ਕੁਐਸਚਨ ਹੈ, ਬ੍ਰਹਿਮੰਡ ਦੀ ਉਤਪਤੀ ਬਾਰੇ ਸਭ ਤੋਂ ਮਹੱਤਵਪੂਰਨ ਸਿਧਾਂਤ ਮੰਨਿਆ ਜਾਂਦਾ ਹੈ। ਸਿਧਾਂਤ ਮਤਲਬ ਥਿਊਰੀ। ਆਪਸ਼ਨ ਏ ਹੈ ਸਟੈਡੀ ਸਟੇਟ ਥਿਊਰੀ ਮਤਲਬ ਸਥਿਰ ਅਵਸਥਾ ਥਿਊਰੀ, ਆਪਸ਼ਨ ਬੀ ਹੈ ਬਿਗ ਬੈਂਗ, ਆਪਸ਼ਨ ਸੀ ਹੈ ਬੋਥ ਏ ਔਰ ਬੀ ਮਤਲਬ ਏ ਅਤੇ ਦੋ ਬੀ ਦੋਨੋਂ, ਆਪਸ਼ਨ ਡੀ ਹੈ ਨਨ ਆਫ ਥੀਸ। ਬਿਗ ਬੈਂਗ ਥਿਊਰੀ ਆ ਰਿਹਾ, ਬੀ ਆ ਰਿਹਾ, ਗੋਪਾਲ ਦਾ ਸੀ ਆਇਆ, ਬਾਕੀ ਸਭ ਦਾ ਬੀ ਹੀ ਆ ਰਿਹਾ। ਸੋ ਇਸ ਦਾ ਰਾਈਟ ਆਨਸਰ ਹੈ ਆਪਸ਼ਨ ਬੀ, ਬਿਗ ਬੈਂਗ ਥਿਊਰੀ ਨੂੰ ਬ੍ਰਹਿਮੰਡ ਦੀ ਉਤਪਤੀ ਦੇ ਬਾਰੇ ਮਹੱਤਵਪੂਰਨ ਸਿਧਾਂਤ ਮੰਨਿਆ ਜਾਂਦਾ ਹੈ। ਨੈਕਸਟ ਕੁਐਸਚਨ ਹੈ, 7 ਪਹਾੜੀਆਂ ਦਾ ਸ਼ਹਿਰ ਕਿਹਾ ਜਾਂਦਾ ਹੈ। ਆਪਸ਼ਨ ਏ ਹੈ ਦਿੱਲੀ, ਆਪਸ਼ਨ ਬੀ ਹੈ ਰੋਮ, ਆਪਸ਼ਨ ਸੀ ਹੈ ਸਿਡਨੀ, ਆਪਸ਼ਨ ਡੀ ਹੈ ਕੋਲੰਬੋ। ਡੀ ਆ ਰਿਹਾ ਗੋਪਾਲ ਦਾ, ਰੋਮ ਰਕਸ਼ਿਤ ਦਾ ਆਇਆ, ਕਿਰਨ ਦਾ ਬੀ, ਅਮਰਜੀਤ ਸਿੰਘ ਦਾ ਵੀ ਬੀ ਹੈ। ਸੋ ਤੁਹਾਡੇ ਕੋਲ 5 ਸੈਕਿੰਡ ਹੁੰਦੇ ਆ ਕਿਉਂਕਿ ਇਹ ਰੀਜ਼ਨਿੰਗ ਦੇ ਕੁਐਸਚਨ ਨਹੀਂ ਆ, ਤੁਸੀਂ ਇਹਨਾਂ ਦਾ ਆਨਸਰ ਈਜ਼ੀਲੀ ਜਲਦੀ ਕਰ ਸਕਦੇ ਹੋ। ਰੀਜ਼ਨਿੰਗ ਵੇਲੇ ਤੁਹਾਨੂੰ ਟਾਈਮ ਜ਼ਰੂਰੀ ਹੈ। ਸੋ ਇਸ ਦਾ ਰਾਈਟ ਆਨਸਰ ਆਪਸ਼ਨ ਬੀ, 7 ਪਹਾੜੀਆਂ ਦਾ ਸ਼ਹਿਰ ਜੋ ਹੈ ਉਹ ਰੋਮ ਨੂੰ ਕਿਹਾ ਜਾਂਦਾ ਹੈ। ਇਹ ਕਿੱਥੇ ਹੈ? ਇਟਲੀ ਦੇ ਵਿੱਚ। ਦਿੱਲੀ ਭਾਰਤ ਦੇ ਵਿੱਚ ਹੈ, ਸਿਡਨੀ ਜੋ ਹੈ ਆਸਟ੍ਰੇਲੀਆ ਵਿੱਚ ਹੈ, ਔਰ ਕੋਲੰਬੋ ਜੋ ਹੈ ਸ਼੍ਰੀਲੰਕਾ ਦਾ ਸ਼ਹਿਰ ਹੈ। ਨੈਕਸਟ ਕੁਐਸਚਨ ਹੈ, ਭਾਖੜਾ ਨੰਗਲ परियोजना ਕਿਸ ਨਦੀ ਤੇ ਹੈ? ਆਪਸ਼ਨ ਏ ਹੈ ਬਿਆਸ, ਆਪਸ਼ਨ ਬੀ ਹੈ ਰਾਵੀ, ਆਪਸ਼ਨ ਸੀ ਹੈ ਸਤਲੁਜ, ਆਪਸ਼ਨ ਡੀ ਹੈ ਗੰਗਾ। ਸੀ ਆ ਰਿਹਾ ਮੋਸਟਲੀ ਸਭ ਦਾ ਆਨਸਰ। ਸਤਲੁਜ, ਸ਼ੀਨਮ ਦਾ ਵੀ ਸਤਲੁਜ ਹੀ ਆਇਆ, ਮਨਪ੍ਰੀਤ ਦਾ ਵੀ ਸਤਲੁਜ, ਮੋਸਟਲੀ ਸਭ ਦਾ ਸੀ ਹੀ ਹੈ। ਸੋ ਇਸ ਦਾ ਰਾਈਟ ਆਨਸਰ ਆਪਸ਼ਨ ਸੀ, ਭਾਖੜਾ ਨੰਗਲ परियोजना ਜੋ ਹੈ ਉਹ ਸਤਲੁਜ ਨਦੀ ਤੇ ਹੈ। ਸਤਲੁਜ ਇਸ ਦਾ ਰਾਈਟ ਆਨਸਰ ਹੈ। ਨੈਕਸਟ ਕੁਐਸਚਨ ਹੈ, ਦੀ ਵੈਲਥ ਆਫ ਨੇਸ਼ਨ ਕਿਤਾਬ ਕਿਸ ਨੇ ਲਿਖੀ? क्वेश्चन रिपीट कर रहे हैं, दी वेल्थ ऑफ नेशन किताब किसने लिखी? ऑप्शन ए है JL नेहरू मतलब जवाहरलाल नेहरू, ऑप्शन बी है एडम स्मिथ, ऑप्शन सी है कार्ल मार्क्स, ऑप्शन डी है सरदार पटेल। एडम स्मिथ आया, लीजा दा सी आया, सुखवीर सिंह दा भी सी, अर्शदीप कौर दा एडम स्मिथ, अमरजीत सिंह दा ए। सो इज द राइट आंसर ऑप्शन बी, एडम स्मिथ ने ये किताब लिखी सी। ਇਹ ਕਿਤਾਬ ਜੋ ਬੇਸਿਕਲੀ ਸੀ ਪੂੰਜੀਵਾਦ ਦੇ ਉੱਪਰ ਜੋ ਹੈ, ਪੂੰਜੀਵਾਦ ਅਰਥ ਵਿਵਸਥਾ ਦੇ ਉੱਪਰ ਬੇਸ ਦੇ ਉੱਪਰ ਸੀ। ਠੀਕ ਹੈ। ਨੈਕਸਟ ਕੁਐਸਚਨ ਹੈ, ਮਾਨਵ ਵਿਕਾਸ ਸੂਚਕਾਂਕ ਰਿਪੋਰਟ ਕਿਸ ਦੁਆਰਾ ਜਾਰੀ ਕੀਤੀ ਜਾਂਦੀ ਹੈ? ਆਪਸ਼ਨ ਏ ਹੈ WHO, ਆਪਸ਼ਨ ਬੀ ਹੈ FATF, ਆਪਸ਼ਨ ਸੀ ਹੈ WTO, ਆਪਸ਼ਨ ਡੀ ਹੈ UNDP। ਮਾਨਵ ਵਿਕਾਸ ਸੂਚਕਾਂਕ ਰਿਪੋਰਟ ਨੂੰ ਇੰਗਲਿਸ਼ ਵਿੱਚ ਕਹਾਂਗੇ ਹਿਊਮਨ ਡਿਵੈਲਪਮੈਂਟ ਇੰਡੈਕਸ ਰਿਪੋਰਟ।
ए आ रहा, बी आ रहा, डी भी आया अमरजोत कौर दा, बी और डी मोस्टली सब दा अलग अलग आंसर है। सो इज द राइट आंसर जो है ऑप्शन डी है। यूएनडीपी द्वारा ये रिपोर्ट जो है जारी की जाती है हर साल, हर एक ईयर। ठीक है। यूएनडीपी की फुल फॉर्म तुहानू अगर पूछ ली जाए तो फुल फॉर्म है यूनाइटेड नेशन डेवलपमेंट प्रोग्राम। यूएनडीपी की फुल फॉर्म है यूनाइटेड नेशन डेवलपमेंट प्रोग्राम। और डब्ल्यूएचओ की फुल फॉर्म जो है वो है वर्ल्ड हेल्थ ऑर्गेनाइजेशन। वर्ल्ड हेल्थ ऑर्गेनाइजेशन। FATF की फुल फॉर्म है फाइनेंशियल एक्शन टास्क फोर्स। फाइनेंशियल एक्शन टास्क फोर्स। WTO की फुल फॉर्म है वर्ल्ड ट्रेड ऑर्गेनाइजेशन। वर्ल्ड ट्रेड ऑर्गेनाइजेशन। ओके। इन्हां सब की फुल फॉर्म भी तुहानू एग्जाम दे विच पूछी जा सकती है। सो तुहानू फुल फॉर्म पता होनी चाहिए है। नैक्सट क्वेश्चन है भारत की राष्ट्रीय आमदन मतलब नैशनल इनकम अते प्रति व्यक्ति आमदन की गणना का पहला यतन किसने किया? ऑप्शन ए है JL नेहरू, ऑप्शन बी है मोतीलाल नेहरू, ऑप्शन सी है महात्मा गांधी, ऑप्शन डी है दादा भाई नौरोजी। जो नैशनल इनकम है और प्रति व्यक्ति आमदन है उसकी पहली गणना का यतन किसने किया? ए और डी आ रहा है। सुखवीर सिंह का ए आया, बाकी सब का डी ही आ रहा है। सो इज द राइट आंसर है ऑप्शन डी, दादा भाई नौरोजी ने की सी। अगर तुहानू ईयर पूछ लैन तो ईयर है 1867 तो 1868 तक। ओके। नैशनल इनकम की हुंदी है? अगर तुहानू नैशनल इनकम बारे पूछ लिया जाए तो नैशनल इनकम किसनू कहंदे आ? किसी अर्थव्यवस्था विच एक साल दौरान उत्पादित अंतिम वस्तुआं अते सेवावां दे मुल नू नैशनल इनकम कहा जाता है। मैं रिपीट कर रहा, किसी अर्थव्यवस्था विच एक साल के दौरान उत्पादित अंतिम वस्तुआं अते सेवावां नू दे मुल नू नैशनल इनकम कहंदे आ। ओके। नैक्सट क्वेश्चन है दाल दे उत्पादन विच भारत का की स्थान है? ऑप्शन ए है पहला, ऑप्शन बी है दूजा, ऑप्शन सी है तीजा, ऑप्शन डी है चौथा। सर जी थोड़ा स्लो चलो, बहुत फास्ट हो रहा है। ओके प्रवीण, थोड़ा जिहा स्लो चलते हैं। बेसिकली क्वेश्चन ज़्यादा ने अज, क्योंकि मॉक टेस्ट जो है 2 दिन दे विच खत्म करना जरूरी है। सो अज जो है किसी का डाउट तो ले नहीं जाएंगे, क्वेश्चन ही मसे होणगे पूरे। फर्स्ट है बी आ रहा, ए आ रहा और ए आ रहा। सर ये रैंडम क्वेश्चन। सो इज द राइट आंसर जो है ऑप्शन ए है। दाल के उत्पादन विच भारत का पहला स्थान है, क्योंकि भारत दे विच सब तो वध शाकाहारी जो लोग रहिंदे आ और शाकाहारियों का सब तो बेस्ट जो भोजन है वो दाल ही है। नैक्सट क्वेश्चन है खेती नू उद्योग का दर्जा देने वाले पहले राज का नाम सी। ऑप्शन ए है हरियाणा, ऑप्शन बी है महाराष्ट्र, ऑप्शन सी है पंजाब, ऑप्शन डी है गुजरात। एग्रीकल्चर नू उद्योग का दर्जा किसने दिता, मतलब इंडस्ट्री का दर्जा किसने दिता सब तो पहले? जो मेन टर्म है वो मैं इंग्लिश विच दस रहा। पूरे क्वेश्चन नू रिपीट करांगा तो फिर सिर्फ 20 क्वेश्चन ही होंगे। सो इज द राइट आंसर ऑप्शन बी। महाराष्ट्र ने सब तो पहला एग्रीकल्चर नू इंडस्ट्री का दर्जा दिता सी। और ये कदों दिता सी? तुहानू ईयर पूछ लिया जाए तो ईयर है 1997। 1997 दे विच, 1997 दे विच। नैक्सट क्वेश्चन है तंबाकू का सब तो वड्डा उत्पादक देश है? ऑप्शन ए है अमेरिका, ऑप्शन बी है चाइना, ऑप्शन सी है रूस, ऑप्शन डी है पाकिस्तान। पहला शिनम पल्स वाले दे विच है पहला स्थान। इंडिया का फर्स्ट जो है पोजीशन है उत्थे। तंबाकू का सब तो वड्डा उत्पादक देश है। सुखवीर सिंह का 3 आ रहा, सी आ रहा, सी आ रहा, अमन सेतिया का बी आया। सो इज द राइट आंसर ऑप्शन बी। तंबाकू का सब तो वड्डा उत्पादक देश है चाइना। बी इज द राइट आंसर है। नैक्सट क्वेश्चन है भारत विच तेल दियां फसलों विचों सब तो वध हिस्सा है?
ਮਤਲਬ ਜੋ ਓਇਲੀ ਫਸਲਾਂ ਨੇ, ਓਇਲੀ ਕ੍ਰੋਪਸ ਨੇ, ਉਹਨਾਂ ਵਿੱਚੋਂ ਸਭ ਤੋਂ ਵੱਧ ਹਿੱਸਾ ਕਿਸ ਦਾ ਹੈ? ਆਪਸ਼ਨ ਏ ਹੈ ਸੋਇਆਬੀਨ, ਆਪਸ਼ਨ ਬੀ ਹੈ ਸਰੋਂ, ਆਪਸ਼ਨ ਸੀ ਹੈ ਮੂੰਗਫਲੀ, ਆਪਸ਼ਨ ਡੀ ਹੈ ਸਾਰੇ। ਡੀ ਓਲ ਆ ਰਿਹਾ, ਸਰੋਂ ਆ ਰਿਹਾ, ਔਰ ਬੀ ਆਇਆ ਅਮਰਜੋਤ ਕੌਰ ਦਾ, ਬੀ ਹੀ ਆ ਰਿਹਾ ਮੋਸਟਲੀ ਸਭ ਦਾ ਆਨਸਰ। ਸੋ ਇਸ ਦਾ ਰਾਈਟ ਆਨਸਰ ਹੈ ਆਪਸ਼ਨ ਸੀ। ਭਾਰਤ ਵਿੱਚ ਤੇਲ ਦੀਆਂ ਫਸਲਾਂ ਦਾ ਸਭ ਤੋਂ ਵੱਧ ਹਿੱਸਾ ਮੂੰਗਫਲੀ ਦਾ ਹੈ। ਮੂੰਗਫਲੀ ਇਸ ਦਾ ਰਾਈਟ ਆਨਸਰ ਹੈ। ਨੈਕਸਟ ਕੁਐਸਚਨ ਹੈ, ਰੇਸ਼ਮ ਪਾਲਣ ਨੂੰ ਕਿਹਾ ਜਾਂਦਾ ਹੈ? ਆਪਸ਼ਨ ਏ ਹੈ ਵਿਟੀਕਲਚਰ, ਆਪਸ਼ਨ ਬੀ ਹੈ ਹਾਰਟੀਕਲਚਰ, ਆਪਸ਼ਨ ਸੀ ਹੈ ਪਿਸੀਕਲਚਰ, ਆਪਸ਼ਨ ਡੀ ਹੈ ਸੇਰੀਕਲਚਰ। ਹੁਣ ਇਹ ਪੰਜਾਬੀ ਵਿੱਚ ਜੋ ਲਿਖਿਆ ਇਹਨਾਂ ਨੂੰ ਇੰਗਲਿਸ਼ ਵਿੱਚ ਵੀ ਐਵੇਂ ਹੀ ਕਹਿੰਦੇ ਆ। ਸੇਰੀਕਲਚਰ ਆਇਆ ਸ਼ੀਨਮ ਦਾ, ਰਕਸ਼ਿਤ ਦਾ ਵੀ, ਰਿੰਕਲ ਰਾਣੀ ਦਾ ਬੀ ਆਇਆ। ਲਾਸਟ ਕੁਐਸਚਨ ਦਾ ਆਨਸਰ ਦੱਸ ਦਿਓ। ਲਾਸਟ ਕੁਐਸਚਨ ਦਾ ਆਨਸਰ ਸੀ ਮੂੰਗਫਲੀ, ਪੀਨਟ। ਸੋ ਇਸ ਦਾ ਰਾਈਟ ਆਨਸਰ ਹੈ ਆਪਸ਼ਨ ਡੀ, ਸੇਰੀਕਲਚਰ ਕਿਹਾ ਜਾਂਦਾ ਹੈ ਰੇਸ਼ਮ ਪਾਲਣ ਨੂੰ। ਵਿਟੀਕਲਚਰ ਕਿਸ ਨੂੰ ਕਹਿੰਦੇ ਆ? ਵਿਟੀਕਲਚਰ ਕਹਿੰਦੇ ਆ ਅੰਗੂਰਾਂ ਦੀ ਖੇਤੀ ਨੂੰ, ਗ੍ਰੇਪਸ ਦੀ ਖੇਤੀ ਨੂੰ। ਹਾਰਟੀਕਲਚਰ ਕਿਸ ਨੂੰ ਕਹਿੰਦੇ ਆ? ਬਾਗਬਾਨੀ ਨੂੰ। ਹਾਰਟੀਕਲਚਰ ਕਹਿੰਦੇ ਆ ਬਾਗਬਾਨੀ ਨੂੰ। ਪਿਸੀਕਲਚਰ ਕਿਸ ਨੂੰ ਕਹਿੰਦੇ ਆ? ਮੱਛੀ ਪਾਲਣ ਨੂੰ। ਠੀਕ ਹੈ, ਪਿਸੀਕਲਚਰ ਮੱਛੀ ਪਾਲਣ ਨੂੰ, ਔਰ ਸੇਰੀਕਲਚਰ ਰੇਸ਼ਮ ਪਾਲਣ ਨੂੰ। ਨੈਕਸਟ ਕੁਐਸਚਨ ਹੈ, ਭਾਰਤ ਦੀ ਮੁੱਖ ਆਹਾਰ ਫਸਲ ਹੈ? ਆਹਾਰ ਮਤਲਬ ਖਾਣਯੋਗ। ਆਪਸ਼ਨ ਏ ਹੈ ਕਣਕ, ਆਪਸ਼ਨ ਬੀ ਹੈ ਚਾਵਲ, ਆਪਸ਼ਨ ਸੀ ਹੈ ਜੌਂ, ਆਪਸ਼ਨ ਡੀ ਹੈ ਮੱਕੀ। ਸੰਦੀਪ ਕੁਮਾਰ ਦਾ ਇਹ ਆਇਆ, ਇਹ ਆ ਰਿਹਾ ਮੋਸਟਲੀ ਸਭ ਦਾ ਆਨਸਰ। ਸੋ ਇਸ ਦਾ ਰਾਈਟ ਆਨਸਰ ਜੋ ਹੈ ਆਪਸ਼ਨ ਬੀ ਹੈ, ਨਾ ਕਿ ਕਣਕ। ਵੀਟ ਨਹੀਂ ਹੈ, ਰਾਈਸ ਹੈ। ਚਾਵਲ ਇਸ ਦਾ ਰਾਈਟ ਆਨਸਰ ਹੈ। ਨੈਕਸਟ ਕੁਐਸਚਨ ਹੈ, ਭਾਰਤ ਵਿੱਚ ਹਰੀ ਕ੍ਰਾਂਤੀ ਲਿਆਉਣ ਦਾ ਸਿਹਰਾ ਕਿਸ ਸਿਰ ਬਣਦਾ ਹੈ? ਮਤਲਬ ਗ੍ਰੀਨ ਰੈਵੋਲੂਸ਼ਨ। ਆਪਸ਼ਨ ਏ ਹੈ ਐਸ ਸਵਾਮੀਨਾਥਨ, ਆਪਸ਼ਨ ਬੀ ਹੈ ਜੇ ਐਮ ਸਿੰਘਵੀ, ਆਪਸ਼ਨ ਸੀ ਹੈ ਜੇ ਐਲ ਨਹਿਰੂ, ਆਪਸ਼ਨ ਡੀ ਹੈ ਮੁਰਾਰਜੀ ਦੇਸਾਈ। ਇਹ ਆ ਰਿਹਾ ਸਵਾਮੀਨਾਥਨ ਆ ਰਿਹਾ। ਸਵਾਮੀਨਾਥਨ ਹੀ ਮੋਸਟਲੀ ਆ ਰਿਹਾ। ਸੋ ਇਸ ਦਾ ਰਾਈਟ ਆਨਸਰ ਹੈ ਆਪਸ਼ਨ ਏ, ਐਸ ਸਵਾਮੀਨਾਥਨ ਜੋ ਹੈ ਉਹਨਾਂ ਦੇ ਸਿਰ ਇਹ ਸਿਹਰਾ ਬਣਦਾ ਹੈ। ਔਰ ਗ੍ਰੀਨ ਰੈਵੋਲੂਸ਼ਨ ਕਦੋਂ ਆਇਆ? 1967 ਤੋਂ 68 ਦੇ ਵਿੱਚ। ਈਅਰ ਪੁੱਛ ਲਿਆ ਇਹ ਤਾਂ 1967 ਔਰ 68 ਹੈ। ਠੀਕ ਹੈ, ਜਿਸ ਕਰਕੇ ਕਿਹੜੀਆਂ ਫਸਲਾਂ ਨੂੰ ਜ਼ਿਆਦਾ ਪੈਦਾਵਾਰ ਹੋਈ? ਵੀਟ ਔਰ ਰਾਈਸ, ਕਣਕ ਔਰ ਚਾਵਲ ਨੂੰ। ਅਗਰ ਤੁਹਾਨੂੰ ਮੈਂ ਪੁੱਛ ਲਾਂ ਜੇ ਐਮ ਸਿੰਘ ਵੀ ਕਿਸ ਨਾਲ ਰਿਲੇਟਿਡ ਸੀ, ਤਾਂ ਇਹ ਚੁਣਾਵ ਸੁਧਾਰ ਸਮਿਤੀਆਂ ਨਾਲ ਜੋ ਰਿਲੇਟਿਡ ਸੀ। ਜੇ ਐਲ ਨਹਿਰੂ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਸੀ ਔਰ ਸਭ ਤੋਂ ਵੱਧ ਸਾਲ ਜੋ ਹੈ ਪ੍ਰਧਾਨ ਮੰਤਰੀ ਰਹੇ। ਮੁਰਾਰਜੀ ਦੇਸਾਈ ਜੋ ਸੀ ਉਹ ਜਨਤਾ ਪਾਰਟੀ ਦੇ ਪ੍ਰਧਾਨ ਮੰਤਰੀ ਰਹੇ ਆ ਆਫਟਰ ਐਮਰਜੈਂਸੀ ਪੀਰੀਅਡ। ਨੈਕਸਟ ਕੁਐਸਚਨ ਹੈ, ਚਾਹ ਦੀ ਖੇਤੀ ਦੀ ਸ਼ੁਰੂਆਤ ਭਾਰਤ ਵਿੱਚ ਕਦੋਂ ਹੋਈ? ਆਪਸ਼ਨ ਏ ਹੈ 1947, ਆਪਸ਼ਨ ਬੀ ਹੈ 1957, ਆਪਸ਼ਨ ਸੀ ਹੈ 1940, ਆਪਸ਼ਨ ਡੀ ਹੈ 1964। ਚਾਹ ਮਤਲਬ ਟੀ। ਇਹਦੇ ਵਿੱਚ ਮੈਂ ਦੱਸਾਂਗਾ ਕਿਵੇਂ ਜੋ ਹੈ ਗੈਸ ਵਰਕ ਲਗਾਇਆ ਜਾ ਸਕਦਾ ਹੈ। ਟ੍ਰਿਕ ਕਿਹੜੀ ਯੂਜ਼ ਹੁੰਦੀ ਹੈ, ਸਬਕੌਂਸ਼ੀਅਸ ਮਾਈਂਡ ਨੂੰ ਕਿਵੇਂ ਯੂਜ਼ ਕਰਨਾ ਹੁੰਦਾ। ਡੀ ਆ ਰਿਹਾ ਮੋਸਟਲੀ ਸਭ ਦਾ ਆਨਸਰ। ਸੋ ਮੈਂ ਦੱਸਦਾ ਕਿਵੇਂ ਇਹਦੇ ਵਿੱਚ ਗੈਸ ਵਰਕ ਲਗਾਉਣਾ ਹੁੰਦਾ। ਦੇਖੋ, ਫਰਸਟ ਆਪਸ਼ਨ ਹੈ 1947। 1947 ਦੇ ਵਿੱਚ ਦੇਸ਼ ਆਜ਼ਾਦ ਹੋਇਆ। ਇਸ ਤੋਂ ਇਲਾਵਾ ਚਾਹ ਦੀ ਖੇਤੀ ਬਾਰੇ ਆਪਾਂ ਕੋਈ ਗੱਲ ਨਹੀਂ ਸੁਣੀ। ਠੀਕ ਹੈ, 1857 ਦੇ ਵਿੱਚ ਕੀ ਹੋਇਆ ਸੀ? ਕ੍ਰਾਂਤੀ ਹੋਈ ਸੀ, ਪਹਿਲਾ ਸੁਤੰਤਰਤਾ ਸੰਗਰਾਮ ਹੋਇਆ ਸੀ। ਉਦੋਂ ਵੀ ਆਪਾਂ ਚਾਹ ਦੀ ਖੇਤੀ ਬਾਰੇ ਕੋਈ ਗੱਲ ਨਹੀਂ ਸੁਣੀ। 1964 ਦੇ ਵਿੱਚ ਆਪਾਂ ਸੁਣਦੇ ਹਾਂ ਕਿ ਬਕਸਰ ਦੀ ਲੜਾਈ ਹੋਈ ਸੀ। ਸੋ ਇਹ ਤਿੰਨੋਂ ਆਪਸ਼ਨ ਜੋ ਆ ਐਲੀਮੀਨੇਟ ਹੋ ਜਾਣਗੇ ਅਗਰ ਤੁਹਾਨੂੰ ਹਿਸਟਰੀ ਦੀ ਥੋੜੀ ਬਹੁਤ ਜਾਣਕਾਰੀ ਹੈ ਤਾਂ। ਜਦੋਂ ਵੀ ਕੋਈ ਗੈਸ ਵਰਕ ਲੱਗਦਾ ਹੈ ਤਾਂ ਤੁਹਾਡੀ ਜੋ ਨੌਲੇਜ ਹੈ ਉਹ ਉੱਥੇ ਕੰਮ ਕਰਦੀ ਹੈ, ਔਰ ਮਾਈਂਡ ਜੋ ਹੈ ਕਿੰਨਾ ਕੁ ਐਗਜ਼ਾਮ ਦੇ ਵਿੱਚ ਆਪਣਾ ਜੋ ਹੈ ਚੱਲ ਰਿਹਾ ਉਹ ਵੀ ਜ਼ਰੂਰੀ ਹੈ, ਤਾਂ ਹੀ ਕੋਈ ਗੈਸ ਵਰਕ ਕਰ ਸਕਦਾ ਹੈ।
ਸੋ ਇਸ ਦਾ ਰਾਈਟ ਆਨਸਰ ਹੈ ਆਪਸ਼ਨ ਸੀ। ਬਚਾ ਇੱਕ ਹੀ ਆਪਸ਼ਨ 1840। ਚਾਹ ਦੀ ਖੇਤੀ ਦੀ ਸ਼ੁਰੂਆਤ ਹੋਈ 1840 ਦੇ ਵਿੱਚ। ਨੈਕਸਟ ਕੁਐਸਚਨ ਹੈ ਰਬੀ ਦੀ ਫਸਲ ਨਹੀਂ ਹੈ। ਕੁਐਸਚਨ ਨੂੰ ਧਿਆਨ ਨਾਲ ਰੀਡ ਕਰਿਓ, ਇਹ ਵੀ ਜ਼ਰੂਰੀ ਹੈ। ਰਬੀ ਦੀ ਫਸਲ ਨਹੀਂ ਹੈ। ਆਪਸ਼ਨ ਏ ਹੈ ਕਣਕ, ਆਪਸ਼ਨ ਬੀ ਹੈ ਮੱਕੀ, ਆਪਸ਼ਨ ਸੀ ਹੈ ਮਟਰ, ਆਪਸ਼ਨ ਡੀ ਹੈ ਜੌਂ। ਸੀ ਆ ਰਿਹਾ ਮੋਸਟਲੀ ਸਭ ਦਾ, ਬੀ ਆ ਰਿਹਾ ਔਰ ਸੀ ਆ ਰਿਹਾ। ਬੀ और सी आ रहा मोस्टली सब ਦਾ आंसर। सो इज द राइट आंसर ऑप्शन बी। ਮੱਕੀ ਜੋ ਹੈ ਉਹ ਰਬੀ ਦੀ ਫਸਲ ਨਹੀਂ ਹੈ। ਤੁਹਾਨੂੰ ਅਗਰ ਪੁੱਛ ਲਿਆ ਜਾਏ ਕਿ ਰਬੀ ਦੀ ਫਸਲ ਕਿਹੜੇ ਸਮੇਂ ਤੋਂ ਲੈ ਕੇ ਕਿਹੜੇ ਸਮੇਂ ਤੱਕ ਬੀਜੀ ਜਾਂਦੀ ਹੈ, ਤਾਂ ਮੰਥ ਹੈ ਅਕਤੂਬਰ ਤੋਂ ਲੈ ਕੇ ਨਵੰਬਰ ਤੱਕ। ਅਕਤੂਬਰ ਤੋਂ ਨਵੰਬਰ ਤੱਕ। ਔਰ ਕੱਟੀ ਕਦੋਂ ਜਾਂਦੀ ਹੈ? ਮਾਰਚ ਤੋਂ ਲੈ ਕੇ ਅਪ੍ਰੈਲ ਦੇ ਵਿੱਚ। ਮਾਰਚ ਤੋਂ ਲੈ ਕੇ ਅਪ੍ਰੈਲ ਦੇ ਵਿੱਚ ਠੀਕ ਹੈ, ਕੱਟੀ ਜਾਂਦੀ ਹੈ। ਬੀਜੀ ਜਾਂਦੀ ਹੈ ਅਕਤੂਬਰ ਤੋਂ ਨਵੰਬਰ ਤੱਕ। ਨੈਕਸਟ ਕੁਐਸਚਨ ਹੈ ਭਾਰਤ ਦੀ ਜਨਗਣਨਾ ਦੀ ਸ਼ੁਰੂਆਤ ਕਦੋਂ ਹੋਈ? ਆਪਸ਼ਨ ਏ ਹੈ 1881, ਆਪਸ਼ਨ ਬੀ ਹੈ 1872, ਆਪਸ਼ਨ ਸੀ ਹੈ 1941, ਆਪਸ਼ਨ ਡੀ ਹੈ 2011। (1881) ਆ ਰਿਹਾ ਸ਼ੀਨਮ ਦਾ, ਬੀ ਆਇਆ ਸੰਦੀਪ ਸਿੰਘ ਦਾ, ਡੀ ਆਇਆ 2021 ਦੇ ਵਿੱਚ ਹੋਈ ਸੀ। ਇਦਾਂ ਨਹੀਂ ਹੋ ਸਕਦਾ ਯਾਰ, 2021 ਦੇ ਵਿੱਚ ਹੋਈ, ਉਸ ਤੋਂ ਪਹਿਲਾਂ ਵੀ ਹੋ ਰਹੀ ਹੈ ਨਾ ਜਨਗਣਨਾ ਤਾਂ। ਸੋ ਇਸ ਦਾ ਰਾਈਟ ਆਨਸਰ ਹੈ ਆਪਸ਼ਨ ਬੀ। 1872 ਦੇ ਵਿੱਚ ਸਭ ਤੋਂ ਪਹਿਲਾਂ ਜੋ ਹੈ ਜਨਗਣਨਾ ਹੋਈ ਸੀ। ਕਿਸ ਦੇ ਦੁਆਰਾ ਹੋਈ ਸੀ? ਉਦੋਂ ਕੌਣ ਸੀ? ਲਾਰਡ ਮੇਓ। ਲਾਰਡ ਮੇਓ ਦੇ ਕਾਰਜਕਾਲ ਦੇ ਵਿੱਚ ਜੋ ਹੈ ਪਹਿਲੀ ਜਨਗਣਨਾ ਹੋਈ ਸੀ। ਅਗਰ ਤੁਹਾਨੂੰ ਨਿਯਮਿਤ ਜਨਗਣਨਾ ਪੁੱਛ ਲਈ ਜਾਏ ਤਾਂ ਉਸ ਦਾ ਆਨਸਰ ਹੈ 1881। ਨਿਯਮਿਤ ਜਨਗਣਨਾ ਦਾ ਮਤਲਬ ਹਰੇਕ 10 ਸਾਲ ਬਾਅਦ ਜੋ ਹੈ ਜਨਗਣਨਾ ਦੀ ਸ਼ੁਰੂਆਤ ਹੋਈ। 1881 ਵਿੱਚ ਹੋਈ ਸਭ ਤੋਂ ਪਹਿਲੇ, ਫਿਰ 1891, ਫਿਰ ਜੋ ਹੈ ਅੱਗੇ ਐਵੇਂ 10 ਸਾਲ ਦੇ ਗੈਪ ਨਾਲ ਚਲਦੀ ਗਈ ਹੈ। ਸਭ ਤੋਂ ਪਹਿਲਾਂ ਪੁੱਛੀ ਜਾਏ ਤਾਂ 1872 ਹੈ ਉਸਦਾ ਆਨਸਰ ਹੈ। ਅਗਰ ਤੁਹਾਨੂੰ ਨਿਯਮਿਤ ਪੁੱਛੀ ਜਾਏ ਤਾਂ ਉਸਦਾ ਆਨਸਰ ਹੈ 1881। ਠੀਕ ਹੈ, 1881 ਦੇ ਵਿੱਚ ਜੋ ਹੈ ਲਾਰਡ ਰਿਪਨ ਸੀ। ਲਾਰਡ ਰਿਪਨ ਦੇ ਕਾਰਜਕਾਲ ਵਿੱਚ ਪਹਿਲੀ ਨਿਯਮਿਤ ਜਨਗਣਨਾ ਹੋਈ ਸੀ। ਕਾਊਂਟ ਕਰ ਲਓ ਹੁਣ ਤੱਕ ਕਿੰਨੀਆਂ ਹੋ ਚੁੱਕੀਆਂ? 2021 ਤੱਕ 17 ਜਾਂ 18 ਹੋ ਚੁੱਕੀਆਂ ਹੋਣਗੀਆਂ। ਵਿਸ਼ਵ ਵਿੱਚ ਸਭ ਤੋਂ ਪਹਿਲਾਂ ਕਿਸ ਦੇਸ਼ ਨੇ ਜਨਗਣਨਾ ਕਰਵਾਈ? ਆਪਸ਼ਨ ਏ ਹੈ ਭਾਰਤ, ਆਪਸ਼ਨ ਬੀ ਹੈ ਸਵੀਡਨ, ਆਪਸ਼ਨ ਸੀ ਹੈ ਇੰਗਲੈਂਡ, ਆਪਸ਼ਨ ਡੀ ਹੈ ਰੂਸ। 1881 ਤੋਂ ਲੈ ਕੇ 2000 ਜੋ ਹੈ 11 ਤੱਕ ਕਾਊਂਟ ਕਰਨਾ। 1872 ਵਾਲੀ ਕਾਊਂਟ ਨਾ ਕਰਿਓ ਕਿਉਂਕਿ ਉਹ ਨਿਯਮਿਤ ਜਨਗਣਨਾ ਨਹੀਂ ਸੀ। ਤਿੰਨ ਆ ਰਿਹਾ, ਸੀ ਆ ਰਿਹਾ ਮੋਸਟਲੀ ਆਨਸਰ ਜੋ ਹੈ, ਡੀ ਆਇਆ ਪਿੰਕੀ ਕੌਰ ਦਾ। ਸੋ ਸਭ ਤੋਂ ਪਹਿਲਾਂ ਜੋ ਹੋਇਆ, ਸਭ ਤੋਂ ਪਹਿਲੀ ਜਨਗਣਨਾ ਹੋਈ ਸਵੀਡਨ ਦੇ ਵਿੱਚ। ਇਸ ਦਾ ਰਾਈਟ ਆਨਸਰ ਆਪਸ਼ਨ ਬੀ। ਕਦੋਂ ਹੋਈ ਅਗਰ ਤੁਹਾਨੂੰ ਈਅਰ ਪੁੱਛ ਲਿਆ ਜਾਏ ਤਾਂ 1749 ਦੇ ਵਿੱਚ। 1749 ਦੇ ਵਿੱਚ ਸਵੀਡਨ ਦੇ ਵਿੱਚ ਸਭ ਤੋਂ ਪਹਿਲੀ ਜਨਗਣਨਾ ਹੋਈ ਵਿਸ਼ਵ ਦੀ। ਵਰਲਡ ਦੀ ਸਭ ਤੋਂ ਪਹਿਲੀ ਜਨਗਣਨਾ ਸੀ। ਨੈਕਸਟ ਕੁਐਸਚਨ ਹੈ ਦੇਸ਼ ਵਿੱਚ ਪੂਰਨ ਸਾਖਰਤਾ ਘੋਸ਼ਿਤ ਕਰਨ ਵਾਲਾ ਪਹਿਲਾ ਰਾਜ ਸੀ। ਸਾਖਰਤਾ ਮਤਲਬ ਲਿਟਰੇਸੀ ਰੇਟ। ਆਪਸ਼ਨ ਏ ਹੈ ਦਿੱਲੀ, ਆਪਸ਼ਨ ਬੀ ਹੈ ਪੰਜਾਬ, ਆਪਸ਼ਨ ਸੀ ਹੈ ਕੇਰਲ, ਆਪਸ਼ਨ ਡੀ ਹੈ ਕਰਨਾਟਕ। ਇਹ ਤਾਂ ਆਨਸਰ ਸਭ ਨੂੰ ਹੀ ਪਤਾ ਹੋਏਗਾ। ਹੁਣ ਤੱਕ 15 ਹੋਈਆਂ ਸ਼ੀਨਮ ਨੇ ਕਿਹਾ, ਸੋ 15 ਹੋਣਗੀਆਂ। ਕਾਊਂਟ ਕਰ ਲਿਓ 1881 ਤੋਂ ਲੈ ਕੇ 2011 ਤੱਕ। ਸੀ ਆਨਸਰ ਆਇਆ। ਸੋ ਇਸ ਦਾ ਰਾਈਟ ਆਨਸਰ ਵੀ ਆਪਸ਼ਨ ਸੀ ਹੈ। ਸਭ ਤੋਂ ਵੱਧ ਜੋ ਲਿਟਰੇਸੀ ਰੇਟ ਹੈ ਉਹ ਕੇਰਲ ਦੇ ਵਿੱਚ ਹੈ। ਇਸ ਦਾ ਰਾਈਟ ਆਨਸਰ ਜੋ ਹੈ ਆਪਸ਼ਨ ਸੀ ਹੈ। ਨੈਕਸਟ ਕੁਐਸਚਨ ਹੈ ਨਵੀਂ ਆਰਥਿਕ ਨੀਤੀ 1991 ਦੇ ਕਿੰਨੇ ਆਯਾਮ ਸੀ? ਆਪਸ਼ਨ ਏ ਹੈ 4, ਆਪਸ਼ਨ ਬੀ ਹੈ 5, ਆਪਸ਼ਨ ਸੀ ਹੈ 3, ਆਪਸ਼ਨ ਡੀ ਹੈ 2। ਨਿਊ ਇਕਨੋਮਿਕ ਪਾਲਿਸੀ 1991 ਦੇ। ਕਿਸੇ ਦਾ ਆਨਸਰ ਨਹੀਂ ਆ ਰਿਹਾ। ਸੋ ਇਸ ਦਾ ਰਾਈਟ ਆਨਸਰ ਮੈਂ ਹੀ ਦੇ ਦੇਣਾ ਕਿਉਂਕਿ ਟਾਈਮ ਬਹੁਤ ਥੋੜਾ ਹੈ, ਕੁਐਸਚਨ ਜ਼ਿਆਦਾ ਨੇ।
ਸੋ ਇਸ ਦਾ ਰਾਈਟ ਆਨਸਰ ਆਪਸ਼ਨ ਸੀ। 3 ਆयाम ਸੀ। ਪਹਿਲਾ ਹੈ ਨਿੱਜੀਕਰਨ, ਮਤਲਬ ਪ੍ਰਾਈਵੇਟ ਕਰਨਾ ਕਿਸੇ ਚੀਜ਼ ਨੂੰ। ਦੂਸਰਾ ਹੈ ਉਦਾਰੀਕਰਨ, ਤੀਸਰਾ ਹੈ ਵਿਸ਼ਵੀਕਰਨ। ਠੀਕ ਹੈ, ਇਹ 3 ਆयाम ਸੀ, ਨਿੱਜੀਕਰਨ, ਉਦਾਰੀਕਰਨ ਔਰ ਵਿਸ਼ਵੀਕਰਨ। ਨੈਕਸਟ ਕੁਐਸਚਨ ਹੈ ਭਾਰਤ ਦਾ ਕੇਂਦਰੀ ਬੈਂਕ ਹੈ। ਆਪਸ਼ਨ ਏ ਹੈ ਆਰਬੀਆਈ, ਆਪਸ਼ਨ ਬੀ ਹੈ ਐਸਬੀਆਈ, ਆਪਸ਼ਨ ਸੀ ਹੈ ਐਚਡੀਐਫਸੀ, ਆਪਸ਼ਨ ਡੀ ਹੈ ਆਈਸੀਆਈਸੀਆਈ। ਆयाम ਮਤਲਬ ਘਟਕ ਕਹਿ ਸਕਦੇ ਹਾਂ ਆਪਾਂ, ਆयाम ਨੂੰ ਘਟਕ ਕਹਿ ਸਕਦੇ ਹਾਂ। ਆਰਬੀਆਈ ਆ ਰਿਹਾ ਮੋਸਟਲੀ। ਸੋ ਇਸ ਦਾ ਰਾਈਟ ਆਨਸਰ ਹੈ ਆਪਸ਼ਨ ਏ ਆਰਬੀਆਈ, ਮਤਲਬ ਰਿਜ਼ਰਵ ਬੈਂਕ ਆਫ ਇੰਡੀਆ ਜੋ ਹੈ ਭਾਰਤ ਦਾ ਕੇਂਦਰੀ ਬੈਂਕ ਹੈ। ਕਿਸੇ ਵੀ ਦੇਸ਼ ਦਾ ਇੱਕ ਹੀ ਕੇਂਦਰੀ ਬੈਂਕ ਹੁੰਦਾ ਹੈ। ਸੋ ਇਹ ਯਾਦ ਰੱਖਿਓ, ਕਿਸੇ ਵੀ ਦੇਸ਼ ਦਾ ਇੱਕ ਹੀ ਕੇਂਦਰੀ ਬੈਂਕ ਹੈ ਔਰ ਭਾਰਤ ਦਾ ਜੋ ਹੈ ਆਰਬੀਆਈ ਹੈ। ਠੀਕ ਹੈ, ਇਸ ਦਾ ਮੁੱਖ ਦਫ਼ਤਰ ਜੋ ਹੈ ਉਹ ਹੈ ਮੁੰਬਈ ਦੇ ਵਿੱਚ। ਮੁੰਬਈ ਵਿੱਚ ਇਸ ਦਾ ਮੁੱਖ ਦਫ਼ਤਰ ਹੈ। ਔਰ ਅਗਰ ਇਸ ਦੀ ਸਥਾਪਨਾ ਪੁੱਛ ਲਈ ਜਾਏ ਤਾਂ ਸਥਾਪਨਾ ਹੋਈ ਸੀ 1 ਅਪ੍ਰੈਲ 1 ਅਪ੍ਰੈਲ 1935 ਦੇ ਵਿੱਚ। 1 ਅਪ੍ਰੈਲ 1935 ਦੇ ਵਿੱਚ ਆਰਬੀਆਈ ਦੀ ਸਥਾਪਨਾ ਹੋਈ ਸੀ। ਨੈਕਸਟ ਕੁਐਸਚਨ ਹੈ ਜੀਐਸਟੀ ਕਦੋਂ ਲਾਗੂ ਹੋਇਆ। ਆਪਸ਼ਨ ਏ ਹੈ 1 ਅਪ੍ਰੈਲ 2017, ਆਪਸ਼ਨ ਬੀ ਹੈ 1 ਜੁਲਾਈ 2017, ਆਪਸ਼ਨ ਸੀ ਹੈ 1 ਜੂਨ 2016, ਆਪਸ਼ਨ ਡੀ ਹੈ 1 ਜੂਨ 2017। ਸੀ ਆ ਰਿਹਾ, ਅਮਰਜੀਤ ਸਿੰਘ ਦਾ ਸੀ ਆਇਆ, ਪ੍ਰੀਤੀ ਸ਼ਾਹੀ ਦਾ ਵੀ ਸੀ ਆਇਆ, ਅਰਸ਼ਦੀਪ ਕੌਰ ਦਾ ਬੀ, ਰਿੰਕਰ ਰਾਣੀ ਦਾ ਬੀ। 1 ਜੁਲਾਈ 2017 ਆਇਆ। ਸੋ ਇਸ ਦਾ ਰਾਈਟ ਆਨਸਰ ਆਪਸ਼ਨ ਬੀ 1 ਜੁਲਾਈ 2017 ਦੇ ਵਿੱਚ ਕਿਹੜੀ ਕਨਸਟੀਟਿਊਸ਼ਨਲ ਅਮੈਂਡਮੈਂਟ ਐਕਟ ਦੇ ਥਰੂ ਹੋਇਆ। 101 ਕਨਸਟੀਟਿਊਸ਼ਨਲ ਅਮੈਂਡਮੈਂਟ ਐਕਟ 2016 ਦੇ ਵਿੱਚ ਜੋ ਹੋਈ ਸੀ ਉਸ ਦੇ ਥਰੂ ਜੀਐਸਟੀ ਲਾਗੂ ਹੋਇਆ ਸੀ 2017 ਦੇ ਵਿੱਚ। ਠੀਕ ਹੈ, ਜੀਐਸਟੀ ਦੀ ਫੁੱਲ ਫਾਰਮ ਕੀ ਹੈ? ਗੁੱਡ ਐਂਡ ਸਰਵਿਸ ਟੈਕਸ, ਗੁੱਡਸ ਐਂਡ ਸਰਵਿਸ ਟੈਕਸ ਜੀਐਸਟੀ ਦੀ ਫੁੱਲ ਫਾਰਮ ਹੈ। ਨੈਕਸਟ ਕੁਐਸਚਨ ਹੈ ਵਿਸ਼ਵ ਵਿੱਚ ਸਭ ਤੋਂ ਪਹਿਲਾਂ ਜੀਐਸਟੀ ਲਾਗੂ ਕਰਨ ਵਾਲਾ ਦੇਸ਼ ਕੌਣ ਸੀ। ਆਪਸ਼ਨ ਏ ਹੈ ਇੰਡੀਆ, ਆਪਸ਼ਨ ਬੀ ਹੈ ਇੰਗਲੈਂਡ, ਆਪਸ਼ਨ ਸੀ ਹੈ ਫਰਾਂਸ, ਆਪਸ਼ਨ ਡੀ ਹੈ ਯੂਐਸਏ, ਯੂਨਾਈਟਿਡ ਸਟੇਟ ਅਮਰੀਕਾ। ਫਰਾਂਸ ਆਇਆ ਸ਼ੀਨਮ ਦਾ, ਸੀ ਆਇਆ ਮੋਸਟਲੀ, ਸਭ ਦਾ ਸੀ ਹੀ ਆ ਰਿਹਾ। ਸੋ ਇਸ ਦਾ ਰਾਈਟ ਆਨਸਰ ਹੈ ਆਪਸ਼ਨ ਸੀ। ਫਰਾਂਸ ਨੇ ਸਭ ਤੋਂ ਪਹਿਲਾਂ ਜੋ ਹੈ ਜੀਐਸਟੀ ਲਾਗੂ ਕੀਤੀ ਸੀ। ਕਿਹੜੇ ਈਅਰ ਦੇ ਵਿੱਚ? 1954 ਦੇ ਵਿੱਚ, 1954 ਦੇ ਵਿੱਚ। ਨੈਕਸਟ ਕੁਐਸਚਨ ਹੈ ਰਾਸ਼ਟਰੀ ਕਿਸਾਨ ਆਯੋਗ ਨੈਸ਼ਨਲ ਫਾਰਮਰਸ ਕਮਿਸ਼ਨ ਦਾ ਗਠਨ ਕਦੋਂ ਹੋਇਆ। ਆਪਸ਼ਨ ਏ ਹੈ 2005, ਆਪਸ਼ਨ ਬੀ ਹੈ 2004, ਆਪਸ਼ਨ ਸੀ ਹੈ 2019, ਆਪਸ਼ਨ ਡੀ ਹੈ 2021। ਦੋ 2019 ਆ ਰਿਹਾ, ਸੀ ਆ ਰਿਹਾ। ਇਹ ਕ੍ਰਿਸ਼ੀ ਕਾਨੂੰਨਾਂ ਦੇ ਜੋ ਬਿੱਲ ਦਾ ਵਿਰੋਧ ਹੋ ਰਿਹਾ ਇਸੇ ਕਰਕੇ 2019 ਆ ਰਿਹਾ ਆਨਸਰ ਸਭ ਦਾ। ਸੋ ਇਸ ਦਾ ਰਾਈਟ ਆਨਸਰ ਆਪਸ਼ਨ ਬੀ 2004 ਦੇ ਵਿੱਚ ਗਠਨ ਹੋਇਆ ਸੀ ਔਰ ਇਸ ਦੇ ਪਹਿਲੇ ਚੇਅਰਮੈਨ ਸੀ ਸੋਮਪਾਲ। ਸੋਮਪਾਲ ਇਸ ਦੇ ਪਹਿਲੇ ਚੇਅਰਮੈਨ ਸੀ। 2004 ਦੇ ਵਿੱਚ ਇਸ ਦਾ ਗਠਨ ਹੋਇਆ ਸੀ। ਸੋਮਪਾਲ ਇਸ ਦੇ ਪਹਿਲੇ ਚੇਅਰਮੈਨ ਸੀ। ਨੈਕਸਟ ਕੁਐਸਚਨ ਹੈ ਰੈਗੂਲੇਟਿੰਗ ਐਕਟ ਕਦੋਂ ਆਇਆ। ਆਪਸ਼ਨ ਏ ਹੈ 1784, ਆਪਸ਼ਨ ਬੀ ਹੈ 1773, ਆਪਸ਼ਨ ਸੀ ਹੈ 1757, ਆਪਸ਼ਨ ਡੀ ਹੈ 1764। 1773 ਆ ਰਿਹਾ, ਬੀ ਆ ਰਿਹਾ ਮੋਸਟਲੀ ਸਭ ਦਾ ਆਨਸਰ। ਸੋ ਇਸ ਦਾ ਰਾਈਟ ਆਨਸਰ ਜੋ ਹੈ ਆਪਸ਼ਨ ਬੀ ਹੈ 1773 ਦੇ ਵਿੱਚ ਆਇਆ ਔਰ ਇਸ ਨੇ ਕੇਂਦਰੀ ਪ੍ਰਸ਼ਾਸਨ ਦੀ ਨੀਂਹ ਰੱਖੀ। ਬੰਗਾਲ ਦੇ ਗਵਰਨਰ ਜਨਰਲ ਨੂੰ ਬੰਗਾਲ ਦੇ ਗਵਰਨਰ ਨੂੰ ਗਵਰਨਰ ਜਨਰਲ ਕਿਹਾ ਗਿਆ ਇਸ ਦੇ ਵਿੱਚ। ਠੀਕ ਹੈ, ਔਰ ਇਸ ਦਾ ਮੇਨ ਮਕਸਦ ਸੀ ਕੰਪਨੀ ਦੇ ਕੰਮਾਂ ਨੂੰ ਰੈਗੂਲੇਟ ਕਰਨਾ, ਇਸ ਲਈ ਇਸ ਨੂੰ ਰੈਗੂਲੇਟਿੰਗ ਐਕਟ ਵੀ ਕਿਹਾ ਜਾਂਦਾ। ਨੈਕਸਟ ਕੁਐਸਚਨ ਹੈ ਭਾਰਤ ਦਾ ਪਹਿਲਾ ਗਵਰਨਰ ਜਨਰਲ ਕੌਣ ਸੀ। ਆਪਸ਼ਨ ਏ ਹੈ ਲਾਰਡ ਕਰਜਨ, ਆਪਸ਼ਨ ਬੀ ਹੈ ਵਾਰਨ ਹੈਸਟਿੰਗਸ, ਆਪਸ਼ਨ ਸੀ ਹੈ ਮਾਊਂਟਬੈਟਨ, ਆਪਸ਼ਨ ਡੀ ਹੈ ਡਲਹੌਜੀ। ਬੀ ਆ ਰਿਹਾ ਮੋਸਟਲੀ ਸਭ ਦਾ ਆਨਸਰ ਵਾਰਨ ਹੈਸਟਿੰਗਸ।
ਸੋ ਇਸ ਦਾ ਰਾਈਟ ਆਨਸਰ ਹੈ ਆਪਸ਼ਨ ਬੀ। ਰੈਗੂਲੇਟਿੰਗ ਐਕਟ ਦੇ ਅਕੋਰਡਿੰਗ 1773 ਦੇ ਵਿੱਚ ਜੋ ਐਕਟ ਆਇਆ ਸੀ ਉਸ ਦੇ ਵਿੱਚ ਪਹਿਲਾ ਬੰਗਾਲ ਦਾ ਗਵਰਨਰ ਜਨਰਲ ਵਾਰਨ ਹੈਸਟਿੰਗਸ ਨੂੰ ਬਣਾਇਆ ਗਿਆ ਸੀ। ਸੋ ਇਸ ਦਾ ਰਾਈਟ ਆਨਸਰ ਆਪਸ਼ਨ ਬੀ ਹੈ। ਨੈਕਸਟ ਕੁਐਸਚਨ ਹੈ ਕਲਕੱਤਾ ਵਿਖੇ ਸਰਵਉੱਚ ਅਦਾਲਤ ਦੀ ਸਥਾਪਨਾ ਕਦੋਂ ਹੋਈ? ਆਪਸ਼ਨ ਏ ਹੈ 1911, ਆਪਸ਼ਨ ਬੀ ਹੈ 1774, ਆਪਸ਼ਨ ਸੀ ਹੈ 1862, ਆਪਸ਼ਨ ਡੀ ਹੈ 1881। ਇਹਦੇ ਵਿੱਚ ਵੀ ਗੈਸ ਵਰਕ ਹੋਏਗਾ ਅਗਰ ਤੁਹਾਡਾ ਮਾਈਂਡ ਜੋ ਹੈ ਐਗਜ਼ਾਮ ਦੇ ਜੋ ਕੁਐਸਚਨ ਦੇ ਵਿੱਚ ਚੱਲ ਰਿਹਾ ਤਾਂ। ਮੈਂ ਸਰਵਉੱਚ ਅਦਾਲਤ ਪੁੱਛ ਰਿਹਾ, ਉੱਚ ਅਦਾਲਤ ਨਹੀਂ। ਹਾਈ ਕੋਰਟ ਨਹੀਂ ਪੁੱਛ ਰਿਹਾ, ਸੁਪਰੀਮ ਕੋਰਟ ਪੁੱਛ ਰਿਹਾ। ਡੀ ਆ ਰਿਹਾ ਮੋਸਟਲੀ ਸਭ ਦਾ ਆਨਸਰ। ਚਲੋ ਮੈਂ ਹੀ ਦੱਸਦਾ ਇਹਦੇ ਵਿੱਚ ਗੈਸ ਵਰਕ ਕਿਵੇਂ ਹੁੰਦਾ। ਦੇਖੋ 1911 ਦੇ ਵਿੱਚ ਕੀ ਹੋਇਆ, ਅੰਗਰੇਜ਼ਾਂ ਨੇ ਕਲਕੱਤਾ ਤੋਂ ਮਤਲਬ ਬੰਗਾਲ ਤੋਂ ਆਪਣੀ ਰਾਜਧਾਨੀ ਸ਼ਿਫਟ ਕੀਤੀ ਦਿੱਲੀ ਦੇ ਵਿੱਚ 1911 ਦੇ ਵਿੱਚ। ਸੋ ਕਲਕੱਤਾ 1911 ਦੇ ਵਿੱਚ ਇਸ ਤੋਂ ਵੱਡੀ ਕੋਈ ਘਟਨਾ ਹੋਰ ਨਹੀਂ ਹੋਈ। ਉਸ ਤੋਂ ਬਾਅਦ 1862 ਦੇ ਵਿੱਚ ਆਪਾਂ ਸੁਣਿਆ ਕਿ 3 ਹਾਈ ਕੋਰਟ ਦੀਆਂ ਸਥਾਪਨਾ ਹੋਈਆਂ, ਕਲਕੱਤਾ, ਬੰਬਈ ਔਰ ਮਦਰਾਸ। ਇਹ 3 ਜੋ ਹੈ ਹਾਈ ਕੋਰਟ ਦੀ ਸਥਾਪਨਾ ਹੋਈ ਸੀ। 1881 ਦੇ ਵਿੱਚ ਆਪਾਂ ਸੁਣਿਆ ਕਿ ਪਹਿਲੀ ਜੋ ਨਿਯਮਿਤ ਜਨਗਣਨਾ ਹੋਈ। ਬਚੀ ਇੱਕ ਆਪਸ਼ਨ 1774। ਬੀ ਇਸ ਦਾ ਰਾਈਟ ਆਨਸਰ ਹੋਏਗਾ। ਕਿਹੜੇ ਐਕਟ ਦੇ ਥਰੂ ਕਲਕੱਤਾ ਹਾਈ ਕੋਰਟ ਦੀ ਸੁਪਰੀਮ ਕੋਰਟ ਦੀ ਸਥਾਪਨਾ ਹੋਈ? ਰੈਗੂਲੇਟਿੰਗ ਐਕਟ ਦੇ ਥਰੂ। 1773 ਦੇ ਵਿੱਚ ਜੋ ਰੈਗੂਲੇਟ ਐਕਟ ਆਇਆ ਸੀ ਉਸ ਦੇ ਅਕੋਰਡਿੰਗ ਜੋ ਹੈ ਕਲਕੱਤਾ ਵਿੱਚ ਸੁਪਰੀਮ ਕੋਰਟ ਦੀ ਸਥਾਪਨਾ ਹੋਈ। ਇਸ ਦੇ ਵਿੱਚ ਇੱਕ ਚੀਫ ਜਸਟਿਸ ਸੀ ਔਰ ਪਲੱਸ 3 ਹੋਰ ਜੱਜ ਸੀ, ਮਤਲਬ ਟੋਟਲ 4 ਜੱਜ ਸੀ। ਅਗਰ ਤੁਹਾਨੂੰ ਜੱਜਾਂ ਦੀ ਸੰਖਿਆ ਪੁੱਛ ਲਿਆ ਜਾਏ ਤਾਂ 4 ਜੱਜ ਸੀ ਇਹਦੇ ਵਿੱਚ। ਨੈਕਸਟ ਕੁਐਸਚਨ ਹੈ ਸੁਤੰਤਰ ਭਾਰਤ ਦੇ ਮਤਲਬ 1947 ਵਿੱਚ ਪਹਿਲੇ ਮੰਤਰੀ ਮੰਡਲ ਵਿੱਚ ਰੱਖਿਆ ਮੰਤਰੀ ਕੌਣ ਸੀ? ਰੱਖਿਆ ਮੰਤਰੀ ਮਤਲਬ डिफेंस मिनिस्टर। ऑप्शन ए है सरदार पटेल, ऑप्शन बी है जगजीवन राम, ऑप्शन सी है अबुल कलाम आजाद, ऑप्शन डी है बलदेव सिंह। बलदेव आ रहा है मोस्टली सब दा आंसर। सो इज द राइट आंसर भी ऑप्शन डी है। बलदेव सिंह जो सी पहले रक्षा मंत्री सी। सरदार पटेल कौन सी? सरदार पटेल जो सी गृह मंत्री सी, सूचना ਅਤੇ ਪ੍ਰਸਾਰਣ ਮੰਤਰੀ ਸੀ। ਜਗਜੀਵਨ ਰਾਮ ਕੌਣ ਸੀ? ਜਗਜੀਵਨ ਰਾਮ ਜੋ ਸੀ ਉਹ ਮਜ਼ਦੂਰ ਮੰਤਰੀ ਸੀ, ਸ਼ਰਮ ਮੰਤਰੀ, ਲੇਬਰ ਮਿਨਿਸਟਰ। ਅਬੁਲ ਕਲਾਮ ਆਜ਼ਾਦ ਕੌਣ ਸੀ? ਐਜੂਕੇਸ਼ਨਲ ਮਿਨਿਸਟਰ, ਸਿੱਖਿਆ ਮੰਤਰੀ। ਠੀਕ ਹੈ, ਇਹ ਚਾਰਾਂ ਬਾਰੇ ਹੀ ਥੋੜਾ ਥੋੜਾ ਯਾਦ ਰੱਖ ਲਿਓ। ਨੈਕਸਟ ਕੁਐਸਚਨ ਹੈ ਕਿਸ ਨੂੰ ਸੰਵਿਧਾਨ ਦੀ ਕੁੰਜੀ ਕਿਹਾ ਜਾਂਦਾ ਹੈ? ਕੀ ਆਫ ਕਨਸਟੀਟਿਊਸ਼ਨ। ऑप्शन ए है प्रीएम्बल मतलब प्रस्तावना, ऑप्शन बी है फंडामेंटल राइट मतलब मुढ़ले अधिकार, ऑप्शन सी है फंडामेंटल ड्यूटीज मतलब मुढ़ले कर्तव्य, ऑप्शन डी है डीपीएसपी डायरेक्टिव प्रिंसिपल ऑफ स्टेट पॉलिसी। प्रीएम्बल आ रहा है मोस्टली सब दा आंसर। सो इज द राइट आंसर भी ऑप्शन ए है। प्रीएम्बल ਨੂੰ ਸੰਵਿਧਾਨ ਦੀ ਕੁੰਜੀ ਕਿਹਾ ਜਾਂਦਾ ਹੈ। ਇਸ ਤੋਂ ਇਲਾਵਾ ਪ੍ਰੀਐम्बल ਨੂੰ ਹੋਰ ਕੀ ਕਹਿੰਦੇ ਆ? परिचय पत्र और संविधान का सार भी, समरी ऑफ कॉन्स्टिट्यूशन भी कहते हैं प्रीएम्बल नूं। इस दा राइट आंसर ऑप्शन ए है। नैक्सट क्वेश्चन है प्रस्तावना विच किन्ने वार सोध हो चुकी है? सोध मतलब अमेंडमेंट। ऑप्शन ए है अज तक नहीं हुई, ऑप्शन बी है एक बार, ऑप्शन सी है 2 बार, ऑप्शन डी है 3 बार। जिन्हां दा आंसर आ रहा है और नाल ये भी दस देन कि कदों हुई तो है। सो इज द राइट आंसर ऑप्शन बी, एक बार सोध हुई है। कदों हुई? 42वीं कॉन्स्टिट्यूशनल अमेंडमेंट एक्ट 1976 ਦੇ ਵਿੱਚ। ਇਹਦੇ ਵਿੱਚ ਕੀ ਕੀਤਾ ਗਿਆ? 3 ਸ਼ਬਦ ਜੋੜੇ ਗਏ। ਕਿਹੜੇ ਕਿਹੜੇ? समानता नहीं, समाजवादी और पंथ निरपेख और राष्ट्र दी अखंडता। ये 3 जो है शब्द जोड़े गए सी, अखंडता, समाजवादी और पंथ निरपेख। नैक्सट क्वेश्चन है किस आर्टिकल तो किस आर्टिकल तक मौलिक अधिकारां बारे जिक्र मिलता है? मौलिक अधिकार मतलब फंडामेंटल राइट। ऑप्शन ए है 12 तो 35, ऑप्शन बी है 17 तो 29, ऑप्शन सी है 12 तो 30, ऑप्शन डी है 14 तो 35।
12 ਤੋਂ 35 ਇਹ ਆ ਰਿਹਾ ਮੋਸਟਲੀ ਸਭ ਦਾ ਆਨਸਰ। ਸੋ ਇਸ ਦਾ ਰਾਈਟ ਆਨਸਰ ਆਪਸ਼ਨ ਏ 12 ਤੋਂ 35 ਤੱਕ ਜੋ ਹੈ ਮੌਲਿਕ ਅਧਿਕਾਰਾਂ ਬਾਰੇ ਮਤਲਬ ਫੰਡਾਮੈਂਟਲ ਜੋ ਆਪਣੇ ਰਾਈਟ ਆ ਉਹਨਾਂ ਦੇ ਬਾਰੇ ਸੰਵਿਧਾਨ ਦੇ ਵਿੱਚ ਦੱਸਿਆ ਗਿਆ। ਨੈਕਸਟ ਕੁਐਸਚਨ ਹੈ ਕਿਸ ਆਰਟੀਕਲ ਨੂੰ ਸੰਵਿਧਾਨ ਦੀ ਆਤਮਾ ਅਤੇ ਦਿਲ ਕਿਹਾ ਗਿਆ ਹੈ? ਆਪਸ਼ਨ ਏ ਆਰਟੀਕਲ 13, ਆਪਸ਼ਨ ਬੀ ਹੈ ਆਰਟੀਕਲ 123, ਆਪਸ਼ਨ ਸੀ ਹੈ ਆਰਟੀਕਲ 32, ਆਪਸ਼ਨ ਡੀ ਹੈ ਆਰਟੀਕਲ 19। ਕਿੰਨਾ ਦਾ ਕਿਹਾ ਹੈ ਕਿ ਆਰਟੀਕਲ 14 ਤੋਂ। ਸ਼ੀਨਮ ਉਹ ਆਰਟੀਕਲ 14 ਤੋਂ ਲੈ ਕੇ ਇਸ ਲਈ ਦੱਸਿਆ ਜਾਂਦਾ ਹੈ 14 ਤੋਂ 32 ਤੱਕ ਕਿਉਂਕਿ 12 ਔਰ 13 ਦੇ ਵਿੱਚ ਜੋ ਹੈ ਸਟੇਟ ਔਰ ਲਾਅ ਦੇ ਬਾਰੇ ਦੱਸਿਆ ਗਿਆ। ਲੇਕਿਨ ਅਗਰ ਬੇਸਿਕਲੀ ਸੰਵਿਧਾਨ ਦੀ ਗੱਲ ਕਰੀਏ ਤਾਂ ਸੰਵਿਧਾਨ ਦੇ ਵਿੱਚ 12 ਤੋਂ ਲੈ ਕੇ 35 ਤੱਕ ਹੈ। ਲੇਕਿਨ ਆਪਣੇ ਜੋ ਫੰਡਾਮੈਂਟਲ ਰਾਈਟ ਜਿੱਥੋਂ ਸ਼ੁਰੂ ਹੁੰਦੇ ਆ ਉਹ 14 ਤੋਂ ਲੈ ਕੇ 32 ਤੱਕ ਆ। ਚੈਪਟਰ ਵਾਈਜ਼ ਆਰਟੀਕਲ ਪੁੱਛੇਗਾ ਤਾਂ 12 ਤੋਂ 35 ਔਰ ਫੰਡਾਮੈਂਟਲ ਰਾਈਟ ਨੂੰ ਪੁੱਛੇਗਾ ਤਾਂ 14 ਤੋਂ 32 ਤੱਕ। ਸੋ ਇਸ ਦਾ ਰਾਈਟ ਆਨਸਰ ਆਪਸ਼ਨ ਸੀ ਆਰਟੀਕਲ 32 ਨੂੰ ਸੰਵਿਧਾਨ ਦੀ ਆਤਮਾ ਅਤੇ ਦਿਲ ਕਿਹਾ ਜਾਂਦਾ ਹੈ, ਸੋਲ ਔਰ ਹਾਰਟ ਕਿਹਾ ਜਾਂਦਾ ਹੈ। ਆਰਟੀਕਲ 13 ਦੇ ਵਿੱਚ ਵਿਧੀ ਦੇ ਬਾਰੇ ਦੱਸਿਆ ਗਿਆ ਹੈ। ਆਰਟੀਕਲ 1, 2, 3 ਦੇ ਵਿੱਚ ਅਧਿਦੇਸ਼ ਜੋ ਹੈ ਰਾਸ਼ਟਰਪਤੀ ਜਾਰੀ ਕਰਦਾ ਹੈ ਔਰ ਆਰਟੀਕਲ 19 ਦੇ ਵਿੱਚ ਆਪਣੀਆਂ 6 ਸੁਤੰਤਰਤਾਵਾਂ ਦੇ ਬਾਰੇ ਦੱਸਿਆ ਗਿਆ ਹੈ। ਨੈਕਸਟ ਕੁਐਸਚਨ ਹੈ ਕਾਰਬਨ ਦੀ ਪਰਮਾਣੂ ਸੰਖਿਆ ਹੈ? ਆਪਸ਼ਨ ਏ ਹੈ 6, ਆਪਸ਼ਨ ਬੀ ਹੈ 4, ਆਪਸ਼ਨ ਸੀ ਹੈ 10, ਆਪਸ਼ਨ ਡੀ ਹੈ 5। ਅਧਿਦੇਸ਼ ਮਤਲਬ ਆਰਡੀਨੈਂਸ। ਆਰਡੀਨੈਂਸ ਕਹਿੰਦੇ ਆ ਅਧਿਦੇਸ਼ ਨੂੰ। 6 ਆ ਰਿਹਾ ਔਰ 4 ਆਇਆ ਅਮਰਜੋਤ ਕੌਰ ਦਾ। ਸੋ ਇਸ ਦਾ ਰਾਈਟ ਆਨਸਰ ਆਪਸ਼ਨ ਏ 6 ਹੈ ਔਰ ਇਸ ਦੇ ਦੋ ਮੁੱਖ ਰੂਪ ਹੁੰਦੇ ਨੇ ਹੀਰਾ ਔਰ ਗ੍ਰੇਫਾਈਟ। ਨੈਕਸਟ ਕੁਐਸਚਨ ਹੈ ਕਾਰਬਨ ਦੀ ਮਾਤਰਾ ਦੇ ਆਧਾਰ ਤੇ ਕੋਲਾ ਜਿਹਨੂੰ ਕੋਲ ਕਹਿੰਦੇ ਆ ਕਿੰਨੇ ਪ੍ਰਕਾਰ ਦਾ ਹੁੰਦਾ ਹੈ? ਆਪਸ਼ਨ ਏ ਹੈ 6, ਆਪਸ਼ਨ ਬੀ ਹੈ 8, ਆਪਸ਼ਨ ਸੀ ਹੈ 4, ਆਪਸ਼ਨ ਡੀ ਹੈ 2। ਸੋ ਇਸ ਦਾ ਰਾਈਟ ਆਨਸਰ ਆਪਸ਼ਨ ਸੀ 4 ਪ੍ਰਕਾਰ ਦਾ ਹੁੰਦਾ ਹੈ। ਕਿਹੜਾ ਕਿਹੜਾ? ਪੀਟ ਕੋਲਾ, ਲਿਗਨਾਈਟ ਕੋਲਾ, ਬਿਟੂਮੀਨਸ ਔਰ ਐਂਥਰੇਸਾਈਟ। ਇਹ 4 ਟਾਈਪ ਦਾ ਹੁੰਦਾ ਹੈ। ਬਾਕੀ ਆਪਾਂ ਕੱਲ ਕਰਦੇ ਹਾਂ, ਕੱਲ ਤੋਂ ਰੀਜ਼ਨਿੰਗ ਸਟਾਰਟ ਹੋ ਜਾਏਗੀ ਔਰ ਬਾਕੀ ਜੋ ਹੈ ਇਨਫੋਰਮੇਸ਼ਨ ਐਂਡ ਟੈਕਨੋਲੋਜੀ ਔਰ ਜੋ ਪਾਰਟ ਜੋ ਹੈ ਬਾਕੀ ਐਗਜ਼ਾਮ ਦੇ ਵਿੱਚ ਬਚਿਆ। ਰੀਜ਼ਨਿੰਗ ਦੇ ਕੁਐਸਚਨ ਆ ਪਏ ਆ ਲੇਕਿਨ 2 ਮਿੰਟ ਆ, ਇਸ ਤੋਂ ਬਾਅਦ ਜੋ ਹੈ ਹੋ ਨਹੀਂ ਸਕਦੇ। ਸੋ ਕਿਸੇ ਦਾ ਕੋਈ ਡਾਊਟ ਹੈ ਇੱਕ ਜਾਂ ਦੋ ਉਹ ਪੁੱਛ ਸਕਦਾ ਹੈਂਡ ਰੇਜ਼ ਕਰਕੇ। ਸੋ ਸਭ ਤੋਂ ਪਹਿਲਾਂ ਇੱਕ ਵਾਰੀ ਇਹ ਦੱਸ ਦਿਓ ਮੌਕ ਟੈਸਟ ਕਿਵੇਂ ਰਿਹਾ? ਵਧੀਆ ਲੱਗੇ ਜਾਂ ਐਵੇਂ ਸੀ? ਓਕੇ, ਹਾਂਜੀ ਕਿਸੇ ਦਾ ਕੋਈ ਡਾਊਟ ਹੈ ਤਾਂ ਪੁੱਛ ਸਕਦਾ। ਤੰਬਾਕੂ ਵਾਲਾ ਕੁਐਸਚਨ ਸੀ ਨਾ, ਹਾਂਜੀ ਉਹਦੇ ਚ ਕੀ ਦੱਸ ਦਿਆ?